ਵੱਖ ਰਾਈਟਰਾਂ ਵੱਲੋਂ +2 ਦੇ ਬੱਚਿਆਂ ਨੂੰ ਜੋ ਕਿਤਾਬਾਂ ਪੜ੍ਹਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਸਿੱਖ ਧਰਮ ਨੂੰ ਮੁੱਢੋਂ ਰੱਦ ਕੀਤਾ ਗਿਆ। ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੰਗਾਲ ਤੋਂ ਵਾਪਸ ਆਏ ਪੰਜਾਬ 'ਚ ਤੇ ਉਹ ਵਿਦਰੋਹੀ ਹੋ ਗਏ। ਉਹਨਾਂ ਨੇ ਏਡਾ ਵੱਡਾ ਗਦਰ ਮਚਾਇਆ ਕਿ ਚੋਰੀਆਂ ਡਕੈਤੀਆਂ ਕਤਲ ਕਰਾਉਣੇ ਸ਼ੁਰੂ ਕਰਤੇ ਤੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ 'ਚ ਬੰਦ ਕਰਤਾ। ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਮਜਲੂਮਾਂ ਦਾ ਖੂਨ ਚੂਸਣ ਵਾਲਾ, ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਇੱਕ ਜ਼ਾਲਮ ਸੀ। ਸੋ ਇਸ ਤਰ੍ਹਾਂ ਇਤਿਹਾਸ ਨੂੰ ਵਿਗਾੜ ਕੇ ਲੰਬੇ ਸਮੇਂ ਤੋਂ ਇਹ ਕਿਤਾਬਾਂ ਸਕੂਲਾਂ 'ਚ ਪੜ੍ਹਾਈਆਂ ਜਾ ਰਹੀਆਂ ਨੇ। और श्री गुरु तेग बहादुर पातशाह बारे लिखा है कि तेग बहादुर हांसी के पास जंगलों में लुक छिपे रहता था, चोरों डकैतों सरकार के बागियों को पनाह देता था। प्रकाश सिंह बादल, मैं सरदार नहीं कहूँगा, प्रकाश सिंह बादल RSS का कविंग बन चुका है। सिख कौम की बदकिस्मती कि इनू पंथ का आगू मनिया। आने वाले समय दे विच हुण इत्थे चुप करके नहीं बैठांगे। मैनू धमकियां भी मिल रही हैं, बहुत मिल रही हैं। तुहानू पता है डेरा राजा स्वामी गुरिंदर ढिल्लों खुद जदों मैं उहदे खिलाफ धरना लाया सी, खुद आके मैनू धमकी दे कि मेरे पुੱਤ ਦਾ ਕਿਸੇ ਦਾ ਵੀ ਨੁਕਸਾਨ ਹੁੰਦਾ ਹੈ, ਮੇਰੇ ਪੋਤਰੇ ਦਾ ਕਿਸੇ ਦਾ ਨੁਕਸਾਨ ਹੁੰਦਾ ਹੈ, ਉਹਦੀ ਜ਼ਿੰਮੇਵਾਰੀ ਸੁਖਬੀਰ ਬਾਦਲ ਤੇ ਗੁਰਿੰਦਰ ਢਿੱਲੋਂ ਤੇ ਵਿਕਰਮ ਮਜੀਠੀਆ ਦੀ ਹੋਏ। ਦੇਖੋ ਸਰਦਾਰ ਸਾਹਿਬ, ਗੱਲ ਇਹ ਹੈ ਕਿ ਅਸੀਂ ਬੈਠੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਦੇ ਦਫ਼ਤਰ, ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੀਆਂ +2 ਦੇ ਬੱਚਿਆਂ ਨੂੰ ਕਿਤਾਬਾਂ ਪੜ੍ਹਾਈਆਂ ਗਈਆਂ ਨੇ, ਲੰਬੇ ਸਮੇਂ ਤੋਂ ਇਹ ਕਿਤਾਬਾਂ ਜਿਹੜੀਆਂ ਨੇ ਉਹ +2 ਦੇ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾਈਆਂ ਜਾ ਰਹੀਆਂ ਨੇ। ਔਰ ਜਿਸ ਤਰ੍ਹਾਂ ਕਿ ਪ੍ਰੋਫੈਸਰ ਮਨਜੀਤ ਸਿੰਘ ਸੋਢੀ ਵੱਲੋਂ ਲਿਖੀ ਹਿਸਟਰੀ ਆਫ ਪੰਜਾਬ, ਇਸੇ ਤਰ੍ਹਾਂ MS ਮਾਨ ਉਹਦੇ ਵੱਲੋਂ ਲਿਖੀ ਕਿਤਾਬ, ਇਸੇ ਤਰ੍ਹਾਂ AC ਅਰੋੜਾ ਉਹਦੇ ਵੱਲੋਂ ਲਿਖੀ ਕਿਤਾਬ, ਇਸੇ ਤਰ੍ਹਾਂ ਇੱਕ ਬੀਬੀ ਹੈ M ਪੌਲ ਉਹਦੇ ਵੱਲੋਂ ਲਿਖੀ ਕਿਤਾਬ। ਇਹ ਵੱਖ-ਵੱਖ ਰਾਈਟਰਾਂ ਵੱਲੋਂ +2 ਦੇ ਬੱਚਿਆਂ ਨੂੰ ਜੋ ਕਿਤਾਬਾਂ ਪੜ੍ਹਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਸਿੱਖ ਧਰਮ ਨੂੰ ਮੁੱਢੋਂ ਰੱਦ ਕੀਤਾ ਗਿਆ। ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਨਵੀਂ ਸੰਸਥਾ ਨਹੀਂ ਚਲਾਈ। ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਹਿੰਦੂ ਧਰਮ ਦੇ ਇੱਕ ਪ੍ਰਚਾਰਕ ਸਨ। ਔਰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੰਗਾਲ ਤੋਂ ਵਾਪਸ ਆਏ ਪੰਜਾਬ 'ਚ ਤੇ ਉਹ ਵਿਦਰੋਹੀ ਹੋ ਗਏ। ਉਹਨਾਂ ਨੇ ਹਾਂਸੀ ਅਤੇ ਜੋ ਸਤਲੁਜ ਦਰਿਆ ਆ ਇਸ ਇਲਾਕੇ ਦੇ ਵਿੱਚ ਵਿਦਰੋਹ ਉਹ ਪੈਦਾ ਕਰਤਾ ਤੇ ਉਹ ਇੱਕ ਉਹਨਾਂ ਨੇ ਏਡਾ ਵੱਡਾ ਗਦਰ ਮਚਾਇਆ ਕਿ ਚੋਰੀਆਂ ਡਕੈਤੀਆਂ ਕਤਲ ਕਰਾਉਣੇ ਸ਼ੁਰੂ ਕਰਤੇ ਤੇ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ 'ਚ ਬੰਦ ਕਰਤਾ ਤੇ ਫਿਰ ਉਹਨਾਂ ਦੇ ਸਰੀਰ ਦੇ 4 ਟੁਕੜੇ ਕਰਕੇ ਗਵਾਲੀਅਰ ਦੇ ਕਿਲੇ ਦੇ 4 ਦਰਵਾਜ਼ਿਆਂ ਨਾਲ ਟੰਗੇ ਗਏ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਮਜਲੂਮਾਂ ਦਾ ਖੂਨ ਚੂਸਣ ਵਾਲਾ, ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਇੱਕ ਜ਼ਾਲਮ ਸੀ। ਸੋ ਇਸ ਤਰ੍ਹਾਂ ਇਤਿਹਾਸ ਨੂੰ ਵਿਗਾੜ ਕੇ ਲੰਬੇ ਸਮੇਂ ਤੋਂ ਇਹ ਕਿਤਾਬਾਂ ਸਕੂਲਾਂ 'ਚ ਪੜ੍ਹਾਈਆਂ ਜਾ ਰਹੀਆਂ ਨੇ। ਔਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਇਹਨਾਂ ਲੇਖਕਾਂ ਨੂੰ ਜਿਹੜੇ ਕਿਤਾਬਾਂ ਲਿਖੀਆਂ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਆ। ਔਰ ਜੋ ਮੇਰੇ ਕੋਲ ਕਿਤਾਬਾਂ ਆਈਆਂ ਨੇ, ਮੇਰੇ ਕੋਲ 2017 'ਚ 2 ਕਿਤਾਬਾਂ ਆਈਆਂ, ਉਹਨਾਂ ਦੇ ਸੰਬੰਧ ਵਿੱਚ ਪੜਤਾਲ ਚੱਲ ਰਹੀ।
और 3 किताबां मेरे को ये हुण आ गईयां ने, 4 पंजाबी च ने, 1 हिंदी च है। और जिहड़ी गल तुसां कीती श्रोमणी कमेटी दी, श्रोमणी कमेटी दा की करोगे? श्रोमणी कमेटी तां खुद जिहड़ी आ वो आप हिस्टरी ऑफ द पंजाब एक उन्होंने किताब पब्लिश कराई हिंदी भाषा च, और उस किताब दे 722 पन्ने ने, राइटर कोई नहीं, पब्लिश श्रोमणी कमेटी कर दी है। वो तो इदों भी अद्धा बने ना गया। वो तो कहते नानक का गुरु एक मुसलमान था, नानक मुगलों को भारत में लाया, नानक ने हिंदू धर्म ही अपनाया था, नानक मर गया, अंगद आ गया, अर्जन ने आत्महत्या करी थी, अर्जन के मरने के बाद हरगोबिंद का दिमागी संतुलन खो गया था। हरगोबिंद बहुत डरपोक आदमी था, सोते समय मौत के भय से 60 बंदूकधारी पहरे पर खड़े रखता था। तेग बहादुर और हर राय पातशाह ने लिखा है कि हर राय के 2 पुत्र थे। जब हर राय मरा उस वक्त बड़े बेटे राम राय की उम्र 15 वर्ष, छोटे हर कृष्ण की उम्र 6 वर्ष की थी, लेकिन बड़े बेटे को गद्दी नहीं दी गई क्योंकि वह नौकरानी के पेटों था। और श्री गुरु तेग बहादुर पातशाह बारे लिखा है कि तेग बहादुर हांसी के पास जंगलों में लुक छिपे रहता था, चोरों डकैतों सरकार के बागियों को पनाह देता था। सरकार को पता चला, पकड़ के ले गए और कत्ल कर दिया। आगे लिखा है गोविंद ने पुत्रों के वियोग में आत्महत्या करी थी। ये तो तुहाडी श्रोमणी कमेटी लिख रही है, तो किहदी गल करांगे? और ये भी गल दसनी जरूरी है इत्थे तुहानूं कि आ जिहड़ियां किताबां +2 वालियां जिन्हां दी आपां पहिलां गल कीती है, ये किताबां प्रकाश सिंह बादल, मैं सरदार नहीं कहांगा, प्रकाश सिंह बादल RSS का एक विंग बन चुका है। सिख कौम की बदकिस्मती कि इनू पंथ का आगू मनिया, और डॉक्टर दलजीत सिंह चीमा ये सिक्ख्या मंत्री के समय 1/3/2008 नूं ये +2 की जो किताब है हिस्टरी ऑफ पंजाब, ये किताब उहदे राज विच जिहड़ी आ ये पब्लिश करने की प्रवानगी दी गई है। और दूसरा जिहड़ा राइटर है MS समान, उन्होंने भी जिहड़ा है आ किताब MS समान दी आ, इनू भी बादलों के राज विच जिहड़ा है वो पब्लिश करने की प्रवानगी दी गई है। और अफसोस कि कैप्टन जिन्हें गुरबाणी के गुटके हाथ फड़ के कसमां खादियां कि जिन्हां ने श्री गुरु ग्रंथ साहिब की बेदबी की है, उन्हां दोषियों नूं मैं सजावां दवावांगा। वो जिहड़ियां सजावां दवाइयां जां जिहड़े नशे खत्म कराए वो तुहाडे सामने आ, पर उहदे राज विच भी 5 साल लगातार आ किताब अज तक पब्लिश होंदी आ रही है। ये है ਜਿਹੜੀਆਂ ਕਿਤਾਬਾਂ ਤੁਸੀਂ ਦਿਖਾ ਰਹੇ ਹੋ, ਇਹ 1995 ਦੇ ਵਿੱਚ ਮੈਂ BA ਵਗੈਰਾ ਕੀਤੀ ਆ, ਉਦੋਂ ਵੀ ਇਹੀ ਕਿਤਾਬਾਂ ਸੀਗੀਆਂ, ਸੇਮ ਡੀਟੋ, ਕੋਈ ਫਰਕ ਨਹੀਂ ਸੀ। SP ਸੱਭਰਵਾਲ ਸੀ, ਹੋਰ ਰਾਈਟਰ ਸੀ ਬਹੁਤ ਜ਼ਿਆਦਾ। ਯੂਨੀਵਰਸਿਟੀਆਂ ਦੇ ਵਿੱਚ ਜਦੋਂ ਜਾਂਦੇ ਆ ਤਾਂ ਉਦੋਂ ਦੀ ਕਿਤਾਬਾਂ ਇਹੀ ਨੇ, ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲੈ ਲਓ, ਚਾਹੇ ਅੰਮ੍ਰਿਤਸਰ ਲੈ ਲਓ, ਚਾਹੇ ਪਟਿਆਲਾ ਯੂਨੀਵਰਸਿਟੀ ਲੈ ਲਓ, ਰਾਈਟਰਾਂ ਦੀਆਂ ਸੇਮ ਨੇ। ਪਰ ਉਹਨਾਂ ਦੇ ਖਿਲਾਫ, ਯੂਨੀਵਰਸਿਟੀਆਂ ਦੇ ਖਿਲਾਫ ਵੀ ਕੋਈ ਮਤਲਬ ਧਰਨਾ ਵਗੈਰਾ ਨਹੀਂ ਲਾਇਆ ਜਾ ਰਿਹਾ। ਉਦੋਂ ਤਾਂ 95 ਦਾ ਮੈਨੂੰ ਅੱਜ ਵੀ ਯਾਦ ਹੈ ਵੀ ਇਹ ਉਦੋਂ ਦੀਆਂ ਕਿਤਾਬਾਂ ਨੇ, ਉਦੋਂ ਵੀ ਇਹੀ ਕੁਸ਼ਤੀ ਆ ਸਾਰਾ ਕੁਝ ਇਹਦੇ ਵਿੱਚ। खालसा जी मेरी बेनती है कि आ जिहड़ी किताब है हिंदी वाली श्रोमणी कमेटी वाली, ये खिलाफ ये मेरे को 2007 च आई, और मैं 2007 दे विच ही गुरद्वारा श्रोमणी गुरद्वारा प्रबंधक कमेटी, मैं एक गल मैं क्लीयर कर दियाँ, श्रोमणी गुरद्वारा प्रबंधक कमेटी दे मैं खिलाफ नहीं, क्योंकि बहुत वड्डियां कुर्बानियां देने तो बाद ये होंद चाहिए, जिहदा काम सी गुरु घरां दी सेवा संभाल ते सिक्खी दा प्रचार ते प्रसार करना। पर अज जिहड़े उत्थे बैठे ने प्रबंध चला रहे ने, वो मसंदा
ਮੱਸੇ ਰੰਘੜਾ ਤੇ ਮਹੰਤ ਨਰੈਣੂਆ ਤੋਂ ਵੱਧ ਦੋਸ਼ੀ ਬੈਠੇ ਨੇ। ਤੇ ਮੈਂ 2007 ਤੋਂ ਲੈ ਕੇ ਅੱਜ ਤੱਕ ਇਸ ਕਿਤਾਬ ਦੇ ਖਿਲਾਫ ਪਹਿਲਾਂ ਗੁਰਦੁਆਰਾ ਜੁਡੀਸ਼ੀਅਲ ਕੋਰਟ, ਉਸ ਤੋਂ ਬਾਅਦ ਹਾਈ ਕੋਰਟ, ਕੌਮ ਦੀ ਕਚਹਿਰੀ 'ਚ ਗਿਆ, ਪਰ ਅੱਜ ਤੱਕ ਕਿਸੇ ਨੇ ਮੇਰੀ ਆਵਾਜ਼ ਨਹੀਂ ਸੁਣੀ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਯੂਨੀਵਰਸਿਟੀਆਂ ਕਾਲਜਾਂ ਦੀ ਗੱਲ ਕੀਤੀ ਆ, ਮੈਂ ਸਟੈਪ ਬਾਈ ਸਟੈਪ ਚੱਲਾਂਗਾ। ਮੈਂ ਸਕੂਲਾਂ ਤੋਂ ਸ਼ੁਰੂ ਕਰ ਲਿਆ, ਅੱਗੇ ਜੇ ਜਿਉਂਦਾ ਰਿਹਾ ਤਾਂ ਫਿਰ ਕਾਲਜਾਂ ਤੇ ਯੂਨੀਵਰਸਿਟੀਆਂ ਤੱਕ ਵੀ ਪਹੁੰਚ ਕਰਾਂਗਾ। ਦਿਓ ਮੈਨੂੰ ਮਟੀਰੀਅਲ, ਦਿਓ ਕਿਤਾਬਾਂ, ਮੈਂ ਚੱਕਾਂਗਾ। ਨਹੀਂ ਤਾਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇੱਥੇ ਚੁੱਪ ਕਰਕੇ ਨਹੀਂ ਬੈਠਾਂਗੇ। ਮੈਨੂੰ ਧਮਕੀਆਂ ਵੀ ਮਿਲ ਰਹੀਆਂ, ਬਹੁਤ ਮਿਲ ਰਹੀਆਂ। ਤੁਹਾਨੂੰ ਪਤਾ ਹੈ ਡੇਰਾ ਰਾਧਾ ਸਵਾਮੀ ਗੁਰਿੰਦਰ ਢਿੱਲੋਂ ਖੁਦ ਜਦੋਂ ਮੈਂ ਉਹਦੇ ਖਿਲਾਫ ਧਰਨਾ ਲਾਇਆ ਸੀ, ਖੁਦ ਆ ਕੇ ਮੈਨੂੰ ਧਮਕੀ ਦੇ ਗਿਆ ਸੀ। ਪਤਾ ਨਾ ਤੁਹਾਨੂੰ, ਸਭ ਨੂੰ ਪਤਾ। ਔਰ ਮੈਂ ਇਹ ਬੇਨਤੀ ਕਰ ਦੇਵਾਂ ਕਿ ਮੈਂ ਕਿਸੇ ਦੀ ਧਮਕੀ ਤੋਂ ਡਰਨ ਵਾਲਾ ਨਹੀਂ, ਔਰ ਮੌਤ ਤੋਂ ਅੱਗੇ ਕੋਈ ਚੀਜ਼ ਨਹੀਂ। ਮੈਨੂੰ ਮੌਤ ਦਾ ਡਰ ਨਹੀਂ। ਮੇਰੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਮੈਂ ਇਹ ਗੱਲ ਤੁਹਾਡੇ ਚੈਨਲਾਂ ਦੇ ਰਾਹੀਂ ਬੇਨਤੀ ਕਰਾਂਗਾ ਕਿ ਮੇਰੇ ਪੁੱਤ ਦਾ ਕਿਸੇ ਦਾ ਵੀ ਨੁਕਸਾਨ ਹੁੰਦਾ ਹੈ, ਮੇਰੇ ਪੋਤਰੇ ਦਾ ਕਿਸੇ ਦਾ ਨੁਕਸਾਨ ਹੁੰਦਾ ਹੈ, ਉਹਦੀ ਜ਼ਿੰਮੇਵਾਰੀ ਸੁਖਬੀਰ ਬਾਦਲ ਤੇ ਗੁਰਿੰਦਰ ਢਿੱਲੋਂ ਤੇ ਬਿਕਰਮ ਮਜੀਠੀਆ ਦੀ ਹੋਏ। ਇਹ ਸਭ ਤੋਂ ਵੱਡੇ ਗੁੰਡੇ ਨੇ ਜਿਹੜੇ ਆਪਣੇ ਗੁੰਡ ਚਹੇਤਿਆਂ ਦੇ ਰਾਹੀਂ, ਆਪਣੇ ਤਲੇ ਚੱਟਾਂ ਦੇ ਰਾਹੀਂ ਮੈਨੂੰ ਲੰਬੇ ਸਮੇਂ ਤੋਂ ਧਮਕੀਆਂ ਦਵਾ ਰਹੇ ਨੇ। ਗੁਰਿੰਦਰ ਢਿੱਲੋਂ ਖੁਦ ਦੇ ਕੇ ਗਿਆ। ਪਰ ਮੈਂ ਇੱਕ ਗੱਲ ਕਹਿ ਦੇਵਾਂ, ਇਹ ਕੰਮ ਕਰਦੇ ਆ ਮੇਰੀ ਮੌਤ ਹੋ ਜਾਏ, ਮੇਰੇ ਪੁੱਤਰ ਦਾ ਕਿਸ ਦਾ ਨੁਕਸਾਨ ਹੋ ਜਾਏ, ਮੇਰੇ ਪੋਤਰੇ ਦਾ ਕਿਸੇ ਦਾ ਨੁਕਸਾਨ ਹੁੰਦਾ ਤੇ ਮੈਂ ਇਹ ਗੱਲ ਕਹਾਂਗਾ, ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਨੇ ਆਪਣਾ ਸੰਬੰਧ ਸਵਾਰ ਦਿੱਤਾ। ਤੇ ਜੇ ਮੈਨੂੰ ਆਹ ਕੰਮ ਕਰਦਿਆਂ ਸਿੱਖ ਇਤਿਹਾਸ ਨੂੰ ਬਚਾਉਂਦਿਆਂ ਹੋਇਆਂ ਕੌਮ ਦੇ ਵਿੱਚ ਇਹਨਾਂ ਜ਼ਾਲਮਾਂ ਦੇ ਖਿਲਾਫ ਆਵਾਜ਼ ਉਠਾਉਂਦਿਆਂ ਹੋਇਆਂ ਜੇਕਰ ਮੈਨੂੰ ਮਾਰ ਦਿੱਤਾ ਜਾਂਦਾ ਹੈ, ਕਤਲ ਕੀਤਾ ਜਾਂਦਾ ਹੈ, ਤੇ ਮੈਨੂੰ ਮੇਰੇ ਪਰਿਵਾਰ ਦਾ ਨੁਕਸਾਨ ਹੋਣ ਤੇ ਵੀ ਕਹਾਂਗਾ ਕਿ ਇਸ ਤੋਂ ਸਸਤਾ ਸੌਦਾ ਹੋਰ ਨਹੀਂ ਹੋਏਗਾ। ਪਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਹੈ, ਆ ਬੈਠੇ ਮੇਰੇ ਨਾਲ, ਇਹ ਐਵੇਂ ਨਹੀਂ ਹੈ। ਕੁਲਵਿੰਦਰ ਸਿੰਘ, ਸਰਦਾਰ ਨਸੀਬ ਸਿੰਘ ਸਾਂਗਣਾ ਲੰਬੇ ਸਮੇਂ ਤੋਂ ਮੇਰੇ ਨਾਲ ਚੱਲ ਰਹੇ ਨੇ। ਇਹ ਸਰਵਿਸ ਕਰਦਿਆਂ ਮੇਰੇ ਨਾਲ ਸੀ। ਔਰ ਤੁਹਾਨੂੰ ਪਤਾ ਹੈ ਕਿ ਮੇਰੇ ਪੁੱਤਰ ਤੇ ਵੀ ਹਮਲੇ ਹੋਏ ਜਦੋਂ ਦਿੱਲੀ ਧਰਨਾ ਚੱਲ ਰਿਹਾ ਸੀ, ਤੇ ਮੈਨੂੰ ਕੋਈ ਪਰਵਾਹ ਨਹੀਂ। ਸੋ ਸਾਡੀ ਜਥੇਬੰਦੀ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਪਹਿਲਾਂ ਇਕੱਲੀ ਸੀ, ਤੇ ਹੁਣ ਜਿਸ ਤਰ੍ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਆ ਗਏ ਨੇ, ਸਰਦਾਰ ਸੁਖਿੰਦਰ ਸਿੰਘ ਜੀ, ਰਜਿੰਦਰ ਸਿੰਘ ਬੈਣੀਪਾਲ ਉਹ ਵੀ ਇੱਥੇ ਨੇ। ਇਸੇ ਤਰ੍ਹਾਂ ਜਿਹੜੀ ਖੋਸਾ ਜਥੇਬੰਦੀ ਆ ਉਹ ਵੀ ਹੈ। ਇਹ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ, ਆ ਸਰਦਾਰ ਬੈਠੇ ਨੇ ਮਨਜੀਤ ਸਿੰਘ, ਸਰਦਾਰ ਭਗਵਾਨ ਸਿੰਘ ਦਾ ਵੀ ਸੁਨੇਹਾ ਆ ਗਿਆ, ਹੋਰ ਵੀ ਬਹੁਤ ਸਾਰੇ ਸੁਨੇਹੇ ਆ ਰਹੇ। ਤੇ ਇਹ ਕਾਫਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ। ਔਰ ਇਹ ਹੌਸਲਾ ਕਿੱਥੋਂ ਮਿਲਿਆ ਜਿਹੜਾ ਮੋਦੀ ਦੀ ਧੌਣ ਚੋਂ ਕਿੱਲਾ ਕੱਢਿਆ। ਹੁਣ ਇਹ ਕੌਮ, ਇਹ ਲੋਕ, ਔਰ ਇੱਕ ਗੱਲ ਬੇਨਤੀ ਕਰਾਂ, ਇਹ ਮਸਲਾ ਕੇਵਲ ਸਿੱਖ ਧਰਮ ਦਾ ਨਹੀਂ, ਇਹ ਮਸਲਾ ਇਤਿਹਾਸ ਦਾ। ਇਸ ਕਰਕੇ ਆਉਣ ਵਾਲੇ ਸਮੇਂ 'ਚ ਅੱਜ ਤੁਹਾਨੂੰ ਪਤਾ ਹੈ ਡਾਕਟਰ ਪਿਆਰੇ ਲਾਲ ਜੀ ਗਰਗ ਜਿਨ੍ਹਾਂ ਨੂੰ ਦੁਨੀਆ ਜਾਣਦੀ ਆ, ਉਹ ਅੱਜ ਇੱਥੇ ਹੋ ਕੇ ਗਏ ਨੇ, ਤੁਹਾਡੇ ਤੋਂ 2 ਹੀ ਮਿੰਟ ਪਹਿਲਾਂ ਗਏ ਨੇ। ਸੋ ਉਹ ਮੇਰੇ ਨਾਲ ਨੇ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਸਮੁੱਚੇ ਤੌਰ ਤੇ ਸਾਡੇ ਨਾਲ ਅੱਜ ਜੁੜ ਰਹੀਆਂ ਨੇ। ਔਰ ਜਿੰਨਾ ਵੀ ਸੰਘਰਸ਼ ਲੰਬਾ ਚੱਲੇਗਾ, ਇਹ ਦਿੱਲੀ ਵਾਲੀ ਹਾਲਾਤ ਬਣ। ਜਦਰ ਜੀ, ਇਹ ਜਿਹੜੇ ਆਪਣੇ ਬੋਰਡ ਵਾਸਤੇ ਇਹਨਾਂ ਕਿਤਾਬਾਂ ਨੂੰ ਹਟਾਉਣਾ ਤੇ ਇਹਨਾਂ ਦੇ ਵਿੱਚ ਸੋਧ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ, ਸਿਰਫ ਇੱਕ ਮੀਟਿੰਗ ਕਰਕੇ ਇਹ ਕੰਮ ਕਰ ਸਕਦੇ। ਤੁਹਾਡੇ ਨਾਲ ਜਦੋਂ ਚੇਅਰਮੈਨ ਦੀ ਮੁਲਾਕਾਤ ਹੁੰਦੀ ਹੈ ਤਾਂ ਉਹ ਕੀ ਕਹਿੰਦੇ ਨੇ?
ਕੀ ਭਰੋਸਾ ਦਿੰਦੇ? ਚੇਅਰਮੈਨ ਵਿਚਾਰਾ ਏ, ਚੇਅਰਮੈਨ ਤੇ ਜੇ ਵਸ ਹੁੰਦਾ ਇਹਦੇ ਵਿੱਚ ਆ ਜਿਹੜੀ ਕਿਤਾਬ ਹੈ ਇਹ ਚ ਗੁਰਬਾਣੀ ਦੀਆਂ ਤੁਕਾਂ ਦਿੱਤੀਆਂ, ਗੁਰਬਾਣੀ ਦੇ ਸ਼ਬਦ ਤਰੋੜ ਮੋੜ ਕੇ ਲਿਖੇ, ਇੱਕ ਨਹੀਂ ਦੋ ਨਹੀਂ, ਉਹ ਤੁਸੀਂ ਸਾਰੀ ਦੀ ਇੱਥੇ PDF ਬਣਾ ਸਕਦੇ ਹੋ, ਦੇਖ ਲਿਓ ਕਿੱਥੇ ਕਿੱਥੇ ਆ। ਔਰ ਮੈਂ ਇਹ ਗੱਲ ਕਹੀ ਸੀ ਪਹਿਲੀ ਕਿਤਾਬ ਦੀ, ਆ ਜਿਹੜੀ ਪ੍ਰੋਫੈਸਰ ਮਨਜੀਤ ਵਾਲੀ ਹੈ, ਇਹਦੀ 5 ਸਾਲ ਪੜਤਾਲ ਹੋਈ ਆ। 5 ਸਾਲਾਂ ਬਾਅਦ 16 ਆਦਮੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਪੜਤਾਲੀ ਅਫਸਰ ਨਿਯੁਕਤ ਕੀਤਾ ਗਿਆ, ਉਹਨੇ ਬੋਰਡ ਦੇ 16 ਅਧਿਕਾਰੀਆਂ ਨੂੰ ਕਸੂਰਵਾਰ ਠਹਿਰਾਇਆ। ਕਾਰਵਾਈ ਅਜੇ ਤੱਕ ਕਿਸੇ ਦੇ ਖਿਲਾਫ ਨਹੀਂ, ਤੇ ਜਿਹੜਾ ਲੇਖਕ ਹੈ ਉਹ ਨਿਰਦੋਸ਼ ਹੈ। ਤੇ ਮੈਂ ਉਹਨੂੰ ਕਿਹਾ ਵੀ ਜੇ ਲੇਖਕ ਹੀ ਨਿਰਦੋਸ਼ ਹੈ ਤੇ ਫਿਰ ਜਿਹੜੇ ਬੋਰਡ ਦੇ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਕੀ ਜੁਰਮ ਬਣੇਗਾ? ਕੋਈ ਜਵਾਬ ਨਹੀਂ। ਸੋ ਗੱਲ ਇਹ ਹੈ, ਮੈਂ ਉਹਨਾਂ ਨੂੰ ਕਿਹਾ ਸੀ ਕਿ ਸਭ ਤੋਂ ਪਹਿਲਾਂ ਮਿਸਾਲ ਦਿੱਤੀ, ਮੈਂ ਕਿਹਾ ਇਹ ਦੱਸੋ ਮੇਰੇ ਘਰ ਦੇ ਵਿੱਚ ਕੋਈ ਚੋਰੀ ਕਰਦਾ, ਟਕੈਤੀ ਕਰਦਾ, ਜਾਂ ਮੇਰੇ ਬੱਚੇ ਜਾਂ ਮੇਰੇ ਬਾਪ ਜਾਂ ਮੇਰੇ ਪੁੱਤ ਨੂੰ, ਭਰਾ ਨੂੰ ਕੋਈ ਸੱਟਾਂ ਲਾ ਜਾਂਦਾ, ਮੈਂ ਥਾਣੇ ਆ ਕੇ FIR ਕਰਾਉਣਾ। ਤੇ ਕਦੇ ਵੀ ਕਿਸੇ ਥਾਣੇ ਵਾਲੇ ਨੇ ਇਹ ਨਹੀਂ ਕਿਹਾ ਕਿ ਅਸੀਂ ਪਹਿਲਾਂ ਪੜਤਾਲ ਕਰਾਂਗੇ ਤੇ ਫਿਰ FIR ਕਰਾਂਗੇ। FIR ਕਰਾਉਣੀ ਪਹਿਲਾਂ ਜ਼ਰੂਰੀ ਹੈ, ਤੁਹਾਡੀ ਜ਼ਿੰਮੇਵਾਰੀ ਬਣਦੀ ਆ। ਤੁਸੀਂ ਕਹਿੰਦੇ ਹੋ ਕਿ ਅਸੀਂ ਅਪਰੂਵਲ ਨਹੀਂ ਦਿੱਤੀ, ਤੁਸੀਂ ਮੰਨਦੇ ਹੋ ਕਿ ਗਲਤ ਲਿਖਿਆ, ਤੇ ਫਿਰ ਸਿਫਾਰਿਸ਼ ਕਰੋ ਕਿ ਇਹਦੀ FIR ਹੋਣੀ ਚਾਹੀਦੀ ਆ। ਮੈਂ ਕਿਹਾ ਮੈਂ ਪੁਲਿਸ ਕੋਲ ਗਿਆ, ਪੁਲਿਸ ਵਾਲੇ ਇਹ ਗੱਲ ਕਹਿੰਦੇ ਆ ਕਿ ਇਹ ਕਿਤਾਬ ਦੀ ਅਪਰੂਵਲ ਦਿੱਤੀ ਆ ਬੋਰਡ ਨੇ, ਅਸੀਂ ਪਹਿਲਾਂ FIR ਨਹੀਂ ਕਰ ਸਕਦੇ। ਸਾਨੂੰ ਬੋਰਡ ਜਿਹੜਾ ਹੈ ਮਤਲਬ ਉਹ ਲਿਖ ਕੇ ਦੇਵੇ ਵੀ ਇਹ ਅਪਰੂਵਲ ਜਿਹੜੀ ਆ ਇਹ ਕਿਤਾਬ 'ਚ ਗਲਤ ਲਿਖਿਆ, ਇਹ ਇਤਿਹਾਸ ਦੇ ਉਲਟ ਹੈ, ਤੇ ਫਿਰ ਅਸੀਂ ਜਿਹੜੀ ਆ FIR ਕਰ ਸਕਦੇ ਆ। ਫਿਰ ਉਹ ਕਹਿੰਦੇ ਜੀ 2017 ਤੋਂ ਬਾਅਦ ਅਸੀਂ ਕੋਈ ਅਪਰੂਵਲ ਨਹੀਂ ਦਿੱਤੀ। ਮੈਂ ਕਿਹਾ ਤੁਸੀਂ 2017 ਦੀ ਤੇ ਪੜਤਾਲ ਕਰਾ ਲਓ, ਜਦੋਂ ਕਿ ਬਣਦੀ ਉਹ ਵੀ ਨਹੀਂ। ਫਿਰ ਵੀ ਜਿਹੜੀਆਂ 2017 ਤੋਂ ਬਾਅਦ ਅੱਜ ਤੱਕ ਆ ਕਿਤਾਬਾਂ ਪਬਲਿਸ਼ ਹੋ ਰਹੀਆਂ ਨੇ, ਆ 19 ਦੇ ਵਿੱਚ ਆ ਤੁਸੀਂ ਵੇਖ ਸਕਦੇ ਹੋ ਕਿ ਆ ਜਿਹੜੀ ਕਿਤਾਬ ਹੈ ਇਹ 1921-22 ਦੇ ਵਿੱਚ ਇਹ ਜਿਹੜੀ ਕਿਤਾਬ ਹੈ ਇਹ ਪਬਲਿਸ਼ ਹੋ ਰਹੀ ਹੈ। ਔਰ ਇਹ ਕਿਤਾਬ ਆ ਦੇਖੋ 2019 ਚ ਹੈ, 21-22 ਦੀ ਵੀ ਹੈ ਮੇਰੇ ਕੋਲ। ਇਹ ਕਿਤਾਬਾਂ ਤੁਸੀਂ ਕਦੇ ਅਪਰੂਵਲ ਨਹੀਂ ਦਿੱਤੀ, ਜਿਨ੍ਹਾਂ ਪਬਲਿਸ਼ ਕੀਤੀਆਂ ਇਹਦਾ ਰਿਪੋਰਟ ਕਰ ਦਿਓ ਕਿ ਅਸੀਂ ਅਪਰੂਵਲ ਨਹੀਂ ਦਿੱਤੀ ਤੇ ਗਲਤ ਛਪੀਆਂ। ਨਹੀਂ ਜੀ, ਪੜਤਾਲ ਹੋਈ, ਕਿਉਂ ਕਿ ਬੜਾ ਵੱਡਾ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਫਲਾ, ਬਹੁਤ ਵੱਡੀ ਸਾਜ਼ਿਸ਼ ਜਿਹੜੀ ਕਿ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਨ ਦੀ। ਔਰ ਗੁਰੂ ਪਿਆਰਿਓ, ਮੈਂ ਚੈਨਲ ਰਾਹੀਂ ਤੇ ਤੁਹਾਡੇ ਰਾਹੀਂ ਮੀਡੀਆ ਸਮੁੱਚੀ ਸਿੱਖ ਕੌਮ ਔਰ ਜਿਹੜੇ ਹਿੰਦੂ ਵੀਰ ਡਾਕਟਰ ਪਿਆਰੇ ਲਾਲ ਗਰਗ ਵਰਗੇ ਜਾਂ ਹੋਰ ਵੀ ਬਹੁਤ ਸਾਰੇ ਨੇ, ਇੱਕ ਗਰਗ ਦਾ ਨਾਂ ਲਿਆ ਹੈ, ਬਹੁਤ ਲੰਬੀ ਲਿਸਟ ਹੈ, ਜਾਂ ਮੁਸਲਿਮ ਵੀਰ ਜਾਂ ਹੋਰ ਜੈਨੀ ਬੋਧੀ, ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਸ ਸਾਜ਼ਿਸ਼ ਘਾੜਿਆਂ ਨੂੰ ਨੰਗਿਆਂ ਕਰਨ ਵਾਸਤੇ ਇਹ ਜਿਹੜਾ ਧਰਨਾ ਚੱਲ ਰਿਹਾ ਹੈ ਇਹਦੇ ਵਿੱਚ ਸਹਿਯੋਗ ਦੇਣ, ਤੇ ਇਹ ਲੜਾਈ ਲੰਬੀ ਚੱਲਣੀ ਆ। ਜਿੰਨਾ ਚਿਰ ਸਮੂਹ ਦੋਸ਼ੀਆਂ ਦੇ ਖਿਲਾਫ FIR ਨਹੀਂ ਹੁੰਦੀਆਂ ਇਹ ਧਰਨਾ ਚੱਲੇਗਾ, ਤੇ ਇਸ ਤੋਂ FIR ਤੋਂ ਗਾਂਹ ਵੀ ਪਤਾ ਨਹੀਂ ਕੀ ਹੋਣਾ, ਉਹ ਮੈਂ ਜੇ ਨਹੀਂ ਗੱਲ ਕਰਦਾ, ਫਿਰ ਦੱਸਾਂਗੇ।
ਤੇ ਕੀ ਕਰਨਾ। ਸੋ ਪਹਿਲਾਂ FIR ਕਰਾਉਣ ਵਾਸਤੇ ਸਾਰੇ ਇਕੱਠੇ। ਪਰ ਤੁਹਾਨੂੰ ਲੱਗਦਾ ਨਹੀਂ ਵੀ ਬੋਰਡ ਚੇਅਰਮੈਨ ਨੇ ਜਿਹੜੇ ਉਹ ਮਤਲਬ ਟਾਈਮ ਪਾਸ ਕਰ ਰਹੇ ਨੇ, ਸਿੱਧੇ ਹੀ ਮਤਲਬ ਪੰਜਾਬੀ ਕਹਾਂ ਟਾਈਮ ਪਾਸ ਕਰ ਰਹੇ ਨੇ, ਕਾਰਵਾਈ ਤਾਂ ਹੋ ਨਹੀਂ ਰਹੀ। ਚੇਅਰਮੈਨ ਨੇ ਮੀਟਿੰਗ ਇੱਕ ਮਿੰਟ 'ਚ ਬੁਲਾ ਸਕਦੇ, ਉਹ ਤਾਂ 2 ਮਿੰਟ 'ਚ ਹੋ ਸਕਦੀ ਹੈ, ਇੱਕ ਦਿਨ 'ਚ ਹੋ ਸਕਦੀ ਹੈ, ਜਾਂ ਘੰਟਿਆਂ 'ਚ ਹੋ ਸਕਦੀ ਹੈ, ਇੱਕ ਫੋਨ ਨਾਲ ਹੋ ਸਕਦੀ ਹੈ। ਤੇ ਉਹ ਸੈਕਟਰੀ ਨੇ, ਬੋਰਡ ਦੇ ਸੈਕਟਰੀ ਨੇ FIR ਕਰਾਉਣੀ ਹੈ ਵੀ ਉਹ ਕਿਤੇ ਨਵੀਂ ਸਰਕਾਰ ਦੀ ਉਡੀਕ ਤਾਂ ਨਹੀਂ ਕਰ ਰਿਹਾ ਵੀ ਜਿਹੜੀ ਨਵੀਂ ਸਰਕਾਰ ਆਊਗੀ। ਇੱਕ ਤਾਂ FIR ਸੈਕਟਰੀ ਵੱਲੋਂ ਨਹੀਂ ਹੋਏਗੀ। FIR ਸ਼ਿਕਾਇਤ ਅਸੀਂ ਕੀਤੀ ਆ, FIR ਸਾਡੇ ਵੱਲੋਂ ਹੋਊਗੀ। ਅਸੀਂ ਇਹਨਾਂ ਤੇ ਕਿਵੇਂ ਯਕੀਨ ਕਰ ਲਈਏ? ਅੱਜ FIR ਕਰਾ ਦੇਣ, ਪਰਸੋਂ ਨੂੰ ਕੈਂਸਲ ਕਰਾ ਦੇਣ, ਇਹ ਨਹੀਂ ਹੋਣਾ। ਜ਼ਿੰਦਗੀ ਦਾ ਤਜਰਬਾ, ਸ਼ਿਕਾਇਤ ਅਸੀਂ ਕੀਤੀ ਆ, FIR ਸਾਡੇ ਵੱਲੋਂ ਹੋਊਗੀ। ਤੇ ਕਿੰਨਾ ਚਿਰ ਲਮਕਾ ਲੈਣਗੇ? ਬੈਠੇ ਆ ਜੇ 1.25 ਸਾਲ ਮੋਦੀ ਦੀ ਉੱਥੇ 4 ਚੁਫੇਰੇ ਘੇਰਾਬੰਦੀ ਕਰਕੇ ਬਹਿ ਸਕਦੇ ਆ। ਇਹ ਕਿਹੜੇ ਬਾਗ ਦੀ ਮੂਲੀ ਨੇ? ਕਿੰਨੇ ਕੁ ਦਿਨ ਨਿਭਾਉਣਗੇ? ਤੇ ਫਿਰ ਸਰਸੇ ਨੇ ਜਾਂ ਜਿਹੜੇ ਮੇਰੇ ਨਾਲ ਬੈਠੇ ਨੇ, ਇਹਨਾਂ ਤੇ ਵਾਰੀਆਂ ਬੰਨੀਆਂ ਹੋਈਆਂ। ਸੱਚੀ ਗੱਲ ਹੈ, ਕਿਉਂਕਿ ਘਰ ਦੇ ਕੰਮ ਵੀ ਕਰਨੇ, ਵਾਰੀਆਂ ਬੰਨੀਆਂ ਨੇ। ਲੇਕਿਨ ਸਰਦਾਰ ਨਜੀਬ ਸਿੰਘ ਕਹਿੰਦੇ ਸੀ ਅੱਜ ਵੀ ਯਾਰ ਕਣਕ ਨੂੰ ਸਪਰੇਅ ਜੀ ਕਰਨ ਵਾਲੀ ਆ। ਮੈਂ ਕਿਹਾ ਹੁਣ ਛੱਡ ਦਿਓ ਕਣਕਾਂ। ਹੁਣ ਆਹੀ ਕਣਕਾਂ ਇਹ ਇੱਥੇ ਹੁਣ ਹੋ ਗਈ। ਆ ਗਏ ਨੇ ਮਨਜੀਤ ਸਿੰਘ ਹੋਰੀ, ਡਾਕਟਰ ਭਗਵੰਤ ਸਿੰਘ ਹੋਰਾਂ ਦਾ ਵੀ ਸੁਨੇਹਾ ਆ ਗਿਆ, ਹੋਰ ਬਹੁਤ ਸਾਰੇ ਆ ਰਹੇ ਨੇ। 28 ਤਰੀਕ ਨੂੰ ਅਸੀਂ ਇੱਥੇ ਇੱਕ ਇਕੱਠ ਕਰ ਰਹੇ ਹਾਂ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਾਂਗਾ ਕਿ 28 ਤਰੀਕ ਨੂੰ ਵੱਧ ਤੋਂ ਵੱਧ ਇੱਥੇ ਇਕੱਠ ਹੋਣਾ ਚਾਹੀਦਾ ਹੈ ਅਤੇ ਇਹਨਾਂ ਤੇ ਦਬਾਅ ਪਾਉਣ ਵਾਸਤੇ ਸਾਨੂੰ ਇੱਕ ਐਸਾ ਮਤਲਬ ਕਿ ਪ੍ਰੋਗਰਾਮ ਲਿਖਣਾ ਚਾਹੀਦਾ ਹੈ ਕਿ ਇਹ ਲੋਕ ਜਿਹੜਾ ਇਹਨਾਂ ਦੇ ਮਨਾਂ ਦੇ ਭੁਲੇਖੇ ਨਿਕਲ ਜਾਣ ਵੀ ਇਹ ਸ਼ਾਇਦ 2-4 ਦਿਨ ਬਹਿ ਕੇ ਤੇ ਉੱਠ ਜਾਣਗੇ। ਮੈਂ ਵਾਰ-ਵਾਰ ਇਹਨਾਂ ਨੂੰ ਕਹਿ ਰਿਹਾ, ਉੱਠਣ ਵਾਲੇ ਨਹੀਂ। ਔਰ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਇੱਥੇ ਸਾਡੀ ਸਿਕਿਉਰਿਟੀ ਅਕਾਲ ਪੁਰਖ ਦੀ, ਇੱਕ ਵੀ ਪੁਲਿਸ ਮੁਲਾਜ਼ਮ ਕਿਸੇ ਅੜੇ ASI ਦੀ ਤਾਂ ਗੱਲ ਹੀ ਛੱਡੋ, ਇੱਥੇ ਹੌਲਦਾਰ ਸਿਪਾਹੀ ਤੱਕ ਨਹੀਂਗਾ ਸਾਡੀ ਸਿਕਿਉਰਿਟੀ ਤੇ ਉਮੀਦ। ਮੈਨੂੰ ਤੇ ਇਹ ਵੀ ਖਤਰਾ ਹੈ ਕਿ ਇੱਥੇ ਕਿਤੇ ਰਾਤ ਨੂੰ ਕੋਈ, ਜਿਸ ਤਰ੍ਹਾਂ ਉੱਥੇ ਸਾਡੀਆਂ ਝੌਂਪੜੀਆਂ ਨੂੰ ਅੱਗ ਲੱਗਦੀ ਸੀ, ਟਰੱਕ ਲਿਆ ਕੇ ਚੜਾਏ ਜਾਂਦੇ ਸੀ, ਕਿਤੇ ਆਹ ਰਾਤ ਨੂੰ ਪਏ ਹੁੰਦੇ ਆ ਤੇ ਸਾਡਾ ਇੱਥੇ ਨੁਕਸਾਨ ਵੀ ਹੋ ਸਕਦਾ ਹੈ। ਔਰ ਮੈਨੂੰ ਮੇਰੇ ਸਾਥੀ ਕਹਿੰਦੇ ਨੇ ਕਿ ਤੂੰ ਕਮਰੇ 'ਚ ਸੌਂ ਜਾ ਕੇ। ਮੈਂ ਕਿਹਾ ਬਿਲਕੁਲ ਨਹੀਂ, ਮੈਂ ਇੱਥੇ ਸੌਵਾਂਗਾ। ਇਹ ਨਾ ਹੋਵੇ ਕਿ ਇਹ ਕੋਈ ਟਰੱਕ ਲਿਆ ਕੇ ਸਾਡੇ ਇੱਥੇ ਮੇਰੇ ਸਾਥੀਆਂ ਨੂੰ ਦੜ ਦੇਣ ਤੇ ਸਵੇਰ ਨੂੰ ਖਬਰਾਂ ਲੱਗਣ ਕਿ ਸਰਸਾ ਇੱਥੇ ਕਿਸਾਨਾਂ ਨੂੰ ਜਾਂ ਹੋਰ ਧਾਰਮਿਕ ਜਥੇਬੰਦੀਆਂ ਦੇ ਸਿੰਘਾਂ ਨੂੰ ਲਿਆ ਕੇ ਲੰਮਿਆਂ ਪਾ ਕੇ ਇੱਥੇ ਆਪ ਤਾਂ ਚਲੇ ਗਿਆ, ਉਹ ਭੱਜ ਗਿਆ ਤੇ ਉਹਨਾਂ ਨੂੰ ਇੱਥੇ ਸ਼ਹੀਦ ਕਰਾ ਗਿਆ। ਸੋ ਰਾਤ ਨੂੰ ਇੱਥੇ ਸੌਣਾ ਹੈ, ਜਿੰਨਾ ਚਿਰ ਜਿਉਣਾ ਹੈ ਉਹਨਾਂ ਚਿਰ ਅਰਦਾਸ ਹੈ। ਮੇਰੇ ਤੋਂ ਬਾਅਦ ਪਹਿਲਾਂ ਵੀ ਕੰਮ ਚੱਲਦਾ ਸੀ, ਬਾਅਦ 'ਚ ਵੀ ਚੱਲਣਾ। ਫਿਰ ਤੁਸੀਂ ਜਾਣਿਓ, ਤੁਹਾਡਾ ਕੰਮ ਜਾਣੇ।